प्यारे विद्यार्थियों, अज दे अपने लैक्चर का विषय है कहानी का सिद्धांत। कहानी ते नावल इन्हां नूं असीं इकट्ठिआं नूं मिला के गल्प कहने हाँ। गल्प जिहड़ा है उस संस्कृत का लफ्ज़ है जिस दा मतलब है, प्रिंसीपल संत सिंह सेखों ने कहा सी कि गप भाव जो सच नहीं है, जो यथार्थ तो दूर है, जो मिथ्या है। इस तरह गल्प शब्द का साडे कोल अंग्रेजी दे विच शब्द है फिक्शन, ते उत्थे भी फिक्शन दे यही मतलब लाए गए हैं कि जो फैक्ट तो दूर होवे, फैक्ट भाव जो असलीयत तो दूर दी गल होवे। तां इस तरह ये गल बनदी है कि गल्प वो है जो सच नहीं है, जो मिथ्या है, जो झूठ वर्गी सच नाल रलदी मिलदी कोई चीज़ है। इस तरह गल्प दे विच आउण वाले दोनों ही साडी साहित्यक विधावां नावल ते कहानी अजिहे हन जो जीवन दे यथार्थ नूं तां पेश करदे हन, पर इन बिन यथार्थ जिहड़ा है वो समाज विच सानूं प्राप्त नहीं हुंदा। पर नाल ये भी फैक्ट है कि ਸਾਹਿਤ ਜਿਹੜਾ है वो जीवन ਦੀ ही पेशकारी करता है। पर ਸਾਹਿਤਕਾਰ की करता है कि जीवन ਦੇ ਵੱਡੇ ਖੇਤਰ ਦੇ ਵਿੱਚ ਖਿਲਰੀਆਂ ਹੋਈਆਂ ਘਟਨਾਵਾਂ ਨੂੰ ਇਕੱਠਿਆਂ ਕਰਕੇ ਉਹਨਾਂ ਦਾ ਇੱਕ ਵੱਖਰਾ ਬਿੰਬ ਜਿਹੜਾ ਹੈ ਉਹਨੂੰ ਪੇਸ਼ ਕਰਦਾ ਹੈ। ਉਹ ਬਿੰਬ ਜਿਹੜਾ ਹੈ ਜਦੋਂ ਉਹ ਆਪਾਂ ਨੂੰ ਉਸੇ ਰੂਪ ਦੇ ਵਿੱਚ ਸਮਾਜ 'ਚ ਤਾਂ ਨਹੀਂ ਪ੍ਰਾਪਤ ਹੁੰਦਾ, ਪਰ ਜਦੋਂ ਆਪਾਂ ਉਹਦੇ ਵੇਰਵੇ ਸਮਾਜ ਵਿੱਚੋਂ ਲੱਭਣ ਤੁਰੀਏ ਤਾਂ ਉਹ ਸਾਨੂੰ ਜ਼ਰੂਰ ਹੀ ਮਿਲ ਜਾਂਦੇ ਹਨ, ਕਿਉਂਕਿ ਸਮਾਜਿਕ ਜੀਵਨ ਹੀ ਸਾਹਿਤ ਦਾ ਆਧਾਰ ਹੁੰਦਾ ਹੈ। ਪਰ ਸਾਹਿਤਕਾਰ ਉਹਨੂੰ ਕਲਪਨਾ ਦੀ ਪੁੱਠ ਚਾੜ ਕੇ ਆਪਣੇ ਦ੍ਰਿਸ਼ਟੀਕੋਣ ਤੋਂ ਆਪਣੇ ਜੀਵਨ ਅਨੁਭਵ ਦੇ ਆਧਾਰ ਤੇ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਉਹ ਜੀਵਨ ਦੀ ਇੱਕ ਨਵੀਂ ਅਨੋਖੀ ਵਿਚਿੱਤਰ ਤੇ ਵੱਖਰੀ ਸਿਰਜਣਾ ਜਿਹੜੀ ਹੈ ਉਹ ਨਵੇਂ ਰੂਪ ਦੇ ਵਿੱਚ ਹੋਂਦ ਵਿੱਚ ਆ ਜਾਂਦੀ ਹੈ। ਅੱਜ ਦਾ ਆਪਣਾ ਵਿਸ਼ਾ ਹੈ ਕਹਾਣੀ। ਆਪਾਂ ਹੁਣ ਗਲਪ ਦੀਆਂ ਜਿਹੜੀਆਂ ਦੋਨੋਂ ਇਹ ਵਿਧਾਵਾਂ ਹਨ, ਨਾਵਲ ਤੇ ਕਹਾਣੀ, ਉਹਦੇ ਵਿੱਚੋਂ ਕਹਾਣੀ ਉੱਪਰ ਆਪਣਾ ਧਿਆਨ ਕੇਂਦਰਿਤ ਕਰਾਂਗੇ। ਕਹਾਣੀ ਤੇ ਨਾਵਲ ਦੇ ਵਿੱਚ ਜੇ ਆਪਾਂ ਮੋਟੇ ਤੌਰ ਤੇ ਫਰਕ ਦੀ ਗੱਲ ਕਰਨੀ ਹੋਵੇ ਤਾਂ ਨਾਵਲ ਜਿਹੜਾ ਹੈ ਉਹ ਜੀਵਨ ਦਾ ਮਹਾਂਦ੍ਰਿਸ਼ ਪੇਸ਼ ਕਰਦਾ ਹੈ ਤੇ ਕਹਾਣੀ ਜਿਹੜੀ ਹੈ ਉਹ ਜੀਵਨ ਦੀ ਇੱਕ ਕਾਤਰ, ਜਿਹਨੂੰ ਕਹਿੰਦੇ ਨੇ ਸਲਾਈਸ ਆਫ ਲਾਈਫ ਨੂੰ ਪੇਸ਼ ਕਰਦੀ ਹੈ। ਜੀਵਨ ਦੇ ਵਿੱਚ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਨਾਵਲ ਦਾ ਜਿਹੜਾ ਮੁੱਖ ਪਾਤਰ ਹੁੰਦਾ ਹੈ ਉਸ ਤੋਂ ਇੱਕ ਜੀਵਨ ਪਹਿਲਾਂ ਤੋਂ ਸ਼ੁਰੂ ਕਰਕੇ ਮੁੱਖ ਪਾਤਰ ਦਾ ਸਾਰਾ ਜੀਵਨ ਦਾ ਬਿਉਰਾ ਪੇਸ਼ ਕਰਦਿਆਂ ਹੋਇਆਂ ਤੇ ਉਸ ਦੀ ਸਮੁੱਚੀ ਜ਼ਿੰਦਗੀ ਨੂੰ ਪੇਸ਼ ਕਰਕੇ ਨਾਵਲ ਅਗਲੇ ਜੀਵਨ ਤੱਕ ਪ੍ਰਵੇਸ਼ ਪਵਾ ਦਿੰਦਾ ਹੈ। ਪਰ ਕਹਾਣੀ ਜਿਹੜੀ ਹੈ ਉਹ ਸਾਡੇ ਜੀਵਨ ਦਾ ਅਜਿਹੀ ਪੇਸ਼ਕਾਰੀ ਕਰਦੀ ਹੈ ਕਿ ਜਿਹੜੀ ਜ਼ਿੰਦਗੀ ਦਾ ਵੀ ਇੱਕ ਸਮੁੱਚਾ ਦ੍ਰਿਸ਼ ਨਹੀਂ ਬਲਕਿ ਜ਼ਿੰਦਗੀ ਦੇ ਇੱਕ ਹਿੱਸੇ ਨੂੰ ਹੀ ਪੇਸ਼ ਕਰਦੀ ਹੈ। ਇਸੇ ਕਰਕੇ ਕਹਿੰਦੇ ਹਨ ਕਿ ਕਹਾਣੀ ਜਿਹੜੀ ਹੈ ਉਹ ਫਿਕਸ਼ਨ ਦਾ, ਜਾਣੀ ਕਿ ਗਲਪ ਦਾ ਇੱਕ ਬੜਾ ਹੀ ਸੂਖਮ, ਸੰਕੇਤਕ ਤੇ ਸੰਜਮ ਭਰਪੂਰ ਰੂਪ ਹੈ। ਕਹਾਣੀ ਦਾ ਆਧਾਰ ਬਣਨ ਦੇ ਲਈ ਜੀਵਨ ਦੇ ਵਿੱਚ ਕੋਈ ਦ੍ਰਿਸ਼, ਕੋਈ ਖਿਆਲ, ਕੋਈ ਘਟਨਾ, ਕੋਈ ਝਲਕਾਰਾ, ਇੱਥੋਂ ਤੱਕ ਕਿ ਵਿਸ਼ੇਸ਼ ਅੰਦਾਜ਼ ਦੇ ਵਿੱਚ ਕਹੀ ਗਈ ਕੋਈ ਗੱਲ ਜਿਹੜੀ ਹੈ, ਜਾਣੀ ਵਿਸ਼ੇਸ਼ ਢੰਗ ਦਾ ਜਿਹੜਾ ਅੰਦਾਜ਼ੇ ਬਿਆਨ ਹੈ, ਉਹ ਵੀ ਕਈ ਵਾਰੀ ਕਹਾਣੀ ਦਾ ਵਿਸ਼ਾ ਵਸਤੂ ਜਾਂ ਕਹਾਣੀ ਦਾ ਆਧਾਰ ਬਣ ਸਕਦਾ ਹੈ। ਮੋਟੇ ਤੌਰ ਤੇ ਕਹਾਣੀ ਤੇ ਨਾਵਲ ਦੇ ਵਿੱਚ ਜੇ ਆਪਾਂ ਅੰਤਰ ਕਰਨਾ ਹੋਵੇ ਤਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਨਾਵਲ ਜੀਵਨ ਦੇ ਮਹਾਂਦ੍ਰਿਸ਼ ਨੂੰ ਪੇਸ਼ ਕਰਦਾ ਹੈ। ਨਾਵਲ ਦੇ ਵਿੱਚ ਅਸੀਂ 3 ਪੀੜ੍ਹੀਆਂ ਦਾ ਜੀਵਨ ਜਿਹੜਾ ਹੈ ਉਹ ਪੇਸ਼ ਕਰਦੇ ਹਾਂ। ਉਦਾਹਰਣ ਦੇ ਤੌਰ ਤੇ ਜਿਵੇਂ ਨਾਵਲ ਦਾ ਜਿਹੜਾ ਮੁੱਖ ਪਾਤਰ ਹੁੰਦਾ ਹੈ ਉਹਦੇ ਜੀਵਨ ਤੋਂ ਪਹਿਲਾਂ ਤੋਂ ਕਹਾਣੀ ਸ਼ੁਰੂ ਕਰਕੇ ਉਹਦਾ ਸਮੁੱਚਾ ਜੀਵਨ ਜਿਹੜਾ ਹੈ ਪੇਸ਼ ਕਰਕੇ ਤੇ ਉਸ ਤੋਂ ਬਾਅਦ ਅਸੀਂ ਅਗਲੇ ਜੀਵਨ ਦੇ ਵਿੱਚ ਕਥਾ ਨੂੰ ਪ੍ਰਵੇਸ਼ ਕਰਾ ਦਿੰਦੇ ਹਾਂ। ਪਰ ਕਹਾਣੀ ਦੇ ਵਿੱਚ ਇੰਨੀ ਗੁੰਜਾਇਸ਼ ਨਹੀਂ ਹੁੰਦੀ। ਕਹਾਣੀ ਕਿਉਂਕਿ ਅਜਿਹਾ ਸੰਜਮੀ, ਸੰਕੇਤਕ ਸਾਹਿਤਕ ਰੂਪ ਹੈ ਜਿਹਦੇ ਵਿੱਚ ਜੀਵਨ ਦੀ ਇੱਕ ਕਾਤਰ, ਜਿਹਨੂੰ ਸਲਾਈਸ ਆਫ ਲਾਈਫ ਕਹਿੰਦੇ ਹਨ, ਜਾਂ ਜੀਵਨ ਦਾ ਇੱਕ ਹਿੱਸਾ ਜਿਹੜਾ ਹੈ ਉਹਨੂੰ ਪੇਸ਼ ਕਰਦੀ ਹੈ। ਕਹਾਣੀ ਜੀਵਨ ਦੇ ਛਿਣਾਂ ਨੂੰ, ਪਲਾਂ ਨੂੰ, ਕੁਝ ਸਮੇਂ ਦੇ ਵਿੱਚ ਵਾਪਰੀਆਂ ਹੋਈਆਂ ਘਟਨਾਵਾਂ ਨੂੰ ਪੇਸ਼ ਕਰਨ ਦੇ ਸਮਰੱਥ ਹੁੰਦੀ ਹੈ। ਇਸੇ ਕਰਕੇ ਆਪਾਂ ਕਹਿੰਦੇ ਹਾਂ ਕਿ ਕਹਾਣੀ ਦਾ ਆਧਾਰ ਬਣਨ ਦੇ ਲਈ ਵਸਤੂ ਸਮੱਗਰੀ ਦੇ ਵਿਸ਼ਾਲ ਵਿਸਥਾਰ ਦੇ ਵਿੱਚੋਂ ਕੋਈ ਇੱਕ ਦ੍ਰਿਸ਼, ਕੋਈ ਇੱਕ ਪੱਖ, ਕੋਈ ਘਟਨਾ, ਕੋਈ ਖਿਆਲ, ਕੋਈ ਝਲਕਾਰਾ, ਇੱਥੋਂ ਤੱਕ ਕਿ ਵਿਸ਼ੇਸ਼ ਢੰਗ ਦੇ ਨਾਲ ਕਹੀ ਗਈ ਗੱਲ ਜਿਹੜੀ ਹੈ ਉਹ ਵੀ ਕਹਾਣੀ ਦਾ ਵਿਸ਼ਾ ਵਸਤੂ ਬਣ ਸਕਦੀ ਹੈ। ਕਹਾਣੀ ਦੇ ਵਿੱਚ ਇਹ ਪੇਸ਼ ਕੀਤੀਆਂ ਜਾਣ ਵਾਲੀਆਂ ਸਾਰੀਆਂ
ਜਿਹੜੀਆਂ ਗੱਲਾਂ, ਜਿਹੜੇ ਤੱਥ ਹਨ, ਜਿਵੇਂ ਵਿਸ਼ੇਸ਼ ਪੱਖ, ਖਿਆਲ, ਝਲਕਾਰਾ, ਇਹ ਸਾਰੇ ਦੇ ਸਾਰੇ ਕਹਾਣੀ ਦਾ ਵਿਸ਼ਾ ਬਣਨ ਦੇ ਯੋਗ ਨਹੀਂ ਹੁੰਦੇ। ਉਹਦੇ ਵਾਸਤੇ ਸ਼ਰਤ ਇਹ ਹੈ ਕਿ ਇਹਨਾਂ ਦੇ ਵਿੱਚ ਨਾਟਕੀ ਸਮਰੱਥਾ ਹੋਣੀ ਚਾਹੀਦੀ ਹੈ। ਨਾਟਕੀ ਹੋਣ ਤੋਂ ਭਾਵ ਇਹ ਕਿ ਜੀਵਨ ਦੇ ਵਿੱਚ ਘਟਨਾਵਾਂ ਕੁਝ ਇਸ ਢੰਗ ਨਾਲ ਘਟਦੀਆਂ ਹਨ ਕਿ ਉਹ ਸਾਡੇ ਧਿਆਨ ਨੂੰ ਆਕਰਸ਼ਿਤ ਕਰਦੀਆਂ ਹਨ। ਅਜੋਕਾ ਜੀਵਨ ਜਿਹੜਾ ਹੈ, ਜਿਹੜਾ ਸਾਡਾ ਪੂੰਜੀਵਾਦੀ ਜੀਵਨ ਤੌਰ ਹੈ, ਜਾਂ ਜੀਵਨ ਜਿਹੜਾ ਹੈ ਪੂੰਜੀਵਾਦੀ ਢੰਗ ਦੇ ਅਨੁਸਾਰ ਵਿਚਰ ਰਿਹਾ ਹੈ, ਉਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਅਜਿਹੀਆਂ ਬਰੀਕ ਘਟਨਾਵਾਂ, ਸਥਿਤੀਆਂ ਵਾਪਰਦੀਆਂ ਹਨ ਜਿਹੜੀਆਂ ਕਹਾਣੀ ਦਾ ਵਿਸ਼ਾ ਬਣ ਸਕਦੀਆਂ ਹਨ। ਕਹਾਣੀ ਦੇ ਨਾਟਕੀ ਹੋਣ ਤੋਂ ਭਾਵ ਪ੍ਰਤੱਖ ਰੂਪ ਵਿੱਚ ਨਾਟਕ ਹੋਣਾ ਨਹੀਂ ਹੈ, ਸਗੋਂ ਘਟਨਾਵਾਂ ਦਾ ਵਾਪਰਨਾ ਜਿਹੜਾ ਹੈ, ਉਹਨਾਂ ਦੇ ਵਾਪਰਨ ਦਾ ਅੰਦਾਜ਼ ਤੇ ਗਤੀ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਸਾਨੂੰ ਉਹਨਾਂ ਦੇ ਵਿੱਚ ਨਾਟਕੀ ਗੁਣ ਜਿਹੜਾ ਹੈ ਉਹ ਮਹਿਸੂਸ ਹੋਵੇ, ਜਿਸ ਤੋਂ ਭਾਵ ਹੈ ਕਿ ਤਿੱਖਾ, ਝਟਪਟਾ, ਹੈਰਾਨੀ ਭਰਿਆ ਬਿਆਨ। ਇਸੇ ਤਰ੍ਹਾਂ ਕਹਾਣੀ ਦੇ ਵਰਣਨ ਦੇ ਵਿੱਚ ਰੌਚਕਤਾ ਤੇ ਰਵਾਨੀ ਹੋਣੀ ਚਾਹੀਦੀ ਹੈ। ਕਹਾਣੀ ਇੱਕਦਮ ਆਰੰਭ ਹੋ ਕੇ ਇਸ ਗਤੀ ਨਾਲ ਚੱਲਣੀ ਚਾਹੀਦੀ ਹੈ ਕਿ ਕਹਾਣੀ ਬਹੁਤ ਕੁਝ ਪਿੱਛੇ ਛੱਡਦੀ ਹੋਈ ਅਸਤਬਾਜੀ ਦੇ ਚੱਲਣ ਵਾਂਗ, ਅਨਾਰ ਦੀ ਸਪੀਡ ਵਾਂਗ ਆਪਣੇ ਸਿਖਰ ਤੇ ਜਾ ਕੇ ਰੁਕੇ। ਕਹਾਣੀ ਦੇ ਵਿੱਚ ਆਰੰਭ ਦੇ ਨਾਲ ਹੀ ਕਹਾਣੀਕਾਰ ਆਪਣੇ ਵਿਚਾਰਾਂ ਦੀ ਛੋਹ ਜਿਹੜੀ ਹੈ ਉਹ ਪਾਠਕ ਦੇ ਮਨ ਵਿੱਚ ਬਿਠਾ ਦਿੰਦਾ ਹੈ। ਇਸ ਕਰਕੇ ਕਹਾਣੀ ਦਾ ਆਰੰਭ ਜਿਹੜਾ ਹੈ ਉਹਦੇ ਵਿੱਚ ਲੇਖਕ ਕਦੇ ਵੀ ਬਹੁਤੇ ਵਿਸਥਾਰ ਵਿੱਚ ਨਹੀਂ ਪੈਂਦਾ, ਕੇਵਲ ਇੱਕ ਦੋ ਗੱਲਾਂ ਦੇ ਨਾਲ ਹੀ ਆਪਣੀ ਗੱਲ ਸ਼ੁਰੂ ਕਰਕੇ ਤੇ ਉਹ ਕਹਾਣੀ ਨੂੰ ਅੱਗੇ ਮੱਧ ਦੇ ਵਿੱਚ ਲੈ ਜਾਂਦਾ ਹੈ। ਪਰ ਇਹਦੇ ਨਾਲ ਸ਼ਰਤ ਇਹ ਹੈ ਕਿ ਕਹਾਣੀ ਦਾ ਆਰੰਭ ਜਿਹੜਾ ਹੈ ਉਹ ਬਹੁਤ ਦਿਲਚਸਪ ਹੋਣਾ ਚਾਹੀਦਾ ਹੈ, ਸਾਡੇ ਮਨ ਨੂੰ ਛੂਹਣ ਵਾਲਾ ਹੋਣਾ ਚਾਹੀਦਾ ਹੈ, ਤਾਂ ਹੀ ਉਹ ਕਹਾਣੀ ਪੜ੍ਹੀ ਜਾਵੇਗੀ। ਉਦਾਹਰਣ ਦੇ ਤੌਰ ਤੇ ਅਜੀਤ ਕੌਰ ਦੀ ਕਹਾਣੀ ਹੈ ਇੰਤਜ਼ਾਰ। ਇੰਤਜ਼ਾਰ ਕਹਾਣੀ ਦਾ ਆਰੰਭ ਜਿਹੜਾ ਹੈ ਉਹ ਪੂਰਨ ਭਾਂਤ ਨਾਟਕੀ ਹੈ। ਇਸ ਕਹਾਣੀ ਦੇ ਆਰੰਭ ਦੇ ਵਿੱਚ ਇੱਕ ਸਾਊਂਡ ਹੈ, ਇੱਕ ਧੁਨੀ ਹੈ, ਇੱਕ ਆਵਾਜ਼ ਆਉਂਦੀ ਹੈ ਥੱਡ ਦੀ, ਕਿ ਜਿਵੇਂ ਇੱਕ ਕਾਰ ਦਾ ਕਿਸੇ ਦੇ ਨਾਲ ਐਕਸੀਡੈਂਟ ਹੋਇਆ। ਕਹਾਣੀ ਦੇ ਵਿੱਚ ਪੇਸ਼ਕਾਰੀ ਹੁੰਦੀ ਹੈ ਕਿ ਇੱਕ ਬੱਚਾ ਜਿਹੜਾ ਸੜਕ ਨੂੰ ਪਾਰ ਕਰ ਰਿਹਾ ਸੀ, ਉਹ ਕਿਸੇ ਅਮੀਰ ਵਿਅਕਤੀ ਦੀ ਕਾਰ ਦੇ ਨਾਲ ਟਕਰਾ ਗਿਆ, ਦੁਰਘਟਨਾਗ੍ਰਸਤ ਹੋ ਕੇ ਬੱਚੇ ਦੀ ਮੌਤ ਹੋ ਜਾਂਦੀ ਹੈ। ਤੇ ਬੱਚੇ ਦੀ ਮੌਤ ਹੋਣ ਤੋਂ ਬਾਅਦ ਦਾ ਜਿਹੜਾ ਪਸਾਰ ਹੈ ਉਹ ਕਹਾਣੀ ਦਾ ਜਿਹੜਾ ਹੈ ਉਹ ਮੁੱਖ ਵਿਸ਼ਾ ਬਣਦਾ ਹੈ। ਕਈ ਵਾਰੀ ਕਹਾਣੀਕਾਰ ਜਿਹੜਾ ਹੁੰਦਾ ਹੈ ਉਹ ਵਿਸ਼ੇਸ਼ ਪ੍ਰਕਾਰ ਦੀ ਟਿੱਪਣੀ ਦੇ ਨਾਲ ਕਹਾਣੀ ਨੂੰ ਆਰੰਭ ਕਰਦਾ ਹੈ। ਇਸੇ ਹੀ ਕਹਾਣੀ ਦੇ ਵਿੱਚ ਜਿਵੇਂ ਅਜੀਤ ਕੌਰ ਕਹਿੰਦੀ ਹੈ ਕਿ ਜੇ ਮੈਂ ਕੋਈ ਦੇਸ਼ ਦੀ ਮੰਤਰੀ ਹੁੰਦੀ ਤੇ ਆਪਣੇ ਇਸ ਦੇਸ਼ ਦਾ ਮੈਂ ਸਰਵੇਖਣ ਕਰਨ ਨਿਕਲੀ ਹੁੰਦੀ, ਤਾਂ ਹਵਾਈ ਜਹਾਜ਼ ਦੇ ਵਿੱਚੋਂ ਸਰਵੇਖਣ ਕਰਦਿਆਂ ਮੈਨੂੰ ਇਹੋ ਜਿਹੇ ਗਰੀਬ ਝੁੱਗੀ ਝੌਂਪੜੀ ਵਾਲੇ ਲੋਕ ਇਸ ਤਰ੍ਹਾਂ ਨਜ਼ਰ ਆਉਣੇ ਸਨ ਜਿਵੇਂ ਕੋਈ ਗੰਦਗੀ ਦੇ ਉੱਪਰ ਫੈਲਦੇ ਹੋਏ ਕੀੜੇ ਮਕੌੜੇ। ਇਹਨਾਂ ਗੱਲਾਂ ਦੇ ਨਾਲ ਕਹਾਣੀਕਾਰ ਕਹਾਣੀ ਦਾ ਆਰੰਭ ਕਰਕੇ ਪਾਠਕ ਨੂੰ ਉਂਗਲੀ ਫੜ ਕੇ ਨਾਲ ਤੋਰ ਲੈਂਦਾ ਹੈ ਤੇ ਫਿਰ ਕਹਾਣੀ ਦੇ ਮੱਧ ਵਿੱਚ ਜਾ ਕੇ ਘਟਨਾਵਾਂ ਦੀ ਟੱਕਰ, ਇਸ ਟਕਰਾਅ ਦੇ ਵਿੱਚੋਂ ਪੈਦਾ ਹੋਣ ਵਾਲੀ ਉਤਸੁਕਤਾ, ਇਹਦੇ ਨਾਲ ਅਸੀਂ ਪ੍ਰਭਾਵ ਦੀ ਏਕਤਾ ਨੂੰ ਕਾਇਮ ਰੱਖਦੇ ਹਾਂ। ਕਹਾਣੀ ਦੇ ਵਿੱਚ ਟੱਕਰ ਦਾ ਮੁੱਖ ਸਥਾਨ ਹੁੰਦਾ ਹੈ। ਟੱਕਰ ਦੇ ਨਾਲ ਕਹਾਣੀ ਵਿੱਚ ਉਤਸੁਕਤਾ ਪੈਦਾ ਕੀਤੀ ਜਾਂਦੀ ਹੈ। ਇਹ ਟੱਕਰ ਨੂੰ ਲਿਆਉਣ ਦੇ ਲਈ ਕਈ ਢੰਗ ਤਰੀਕੇ ਵਰਤੇ ਜਾਂਦੇ ਹਨ, ਜਿਵੇਂ ਵਿਅਕਤੀ ਤੇ ਸਮਾਜ ਦੀ ਟੱਕਰ, ਵਿਅਕਤੀ ਦੇ ਵਿਚਾਰਾਂ ਦੀ ਟੱਕਰ, ਦੋ ਵਿਅਕਤੀਆਂ ਦੀ ਟੱਕਰ, ਜਾਂ ਵਿਅਕਤੀ ਦੇ ਆਪਣੇ ਹੀ ਮਨ ਦੇ ਵਿੱਚ ਵਿਚਾਰਾਂ ਦੇ ਆਪਸੀ ਕੜਮੱਸ ਦੀ ਟੱਕਰ। ਇਹ ਟੱਕਰ ਜਿਹੜੀ ਹੈ ਉਤਸੁਕਤਾ ਪੈਦਾ ਕਰਦੀ ਹੈ। ਕਹਾਣੀਕਾਰ ਕੀ ਕਰਦਾ ਹੈ ਕਿ ਬਹੁਤ ਸਾਰੇ ਮੌਕਾ ਮੇਲਾਂ ਦੀ ਵਰਤੋਂ ਕਰਦਾ ਹੈ। ਮੌਕਾ ਮੇਲ ਦੇ ਨਾਲ ਕਹਾਣੀ ਨੂੰ ਅੱਗੇ ਤੋਰਿਆ ਜਾਂਦਾ ਹੈ, ਪਰ ਇਹ ਜ਼ਰੂਰੀ ਹੈ ਕਿ ਇਹ ਮੌਕਾ ਮੇਲ ਜਿਹੜੇ ਹਨ ਇਹ ਯਥਾਰਥਕ ਅਤੇ ਸੁਭਾਵਿਕ ਲੱਗਣੇ ਚਾਹੀਦੇ ਹਨ। ਜਿੱਥੇ ਇਹ ਮੌਕਾ ਮੇਲ ਕਹਾਣੀ ਵਿੱਚ ਵਾਪਰਨ ਵਾਲੇ ਮੋੜ ਸਾਨੂੰ ਸੁਭਾਵਿਕ ਨਹੀਂ ਲੱਗਣਗੇ, ਉੱਥੇ ਕਹਾਣੀ ਜਿਹੜੀ ਹੈ ਉਹ ਅਸਲੀਅਤ ਤੋਂ ਟੁੱਟ ਜਾਏਗੀ। ਉਹ ਯਥਾਰਥ ਦੀ ਦੂਰ ਚੀਜ਼ ਭਾਵ ਇੱਕ ਮਸਨੂਈ ਜਿਹੜੀ ਹੈ ਰਚਨਾ ਉਹ ਨਜ਼ਰ ਆਉਣ ਲੱਗ ਪਏਗੀ। ਹੁਣ ਆਪਾਂ ਕਹਾਣੀ ਦੇ ਤੱਤਾਂ ਬਾਰੇ ਗੱਲ ਕਰਦੇ ਹਾਂ। ਕਹਾਣੀ ਦੇ ਤੱਤ ਹੁੰਦੇ ਹਨ ਜਿਵੇਂ ਕਥਾਨਕ, ਪਾਤਰ ਸਾਰੀ, ਵਾਤਾਵਰਣ, ਦ੍ਰਿਸ਼ ਵਰਣਨ, ਭਾਸ਼ਾ, ਸ਼ੈਲੀ ਆਦਿ। ਕਹਾਣੀ ਦੇ ਵਿੱਚ ਮੁੱਢਲੇ ਰੂਪ ਦੇ ਵਿੱਚ ਕਥਾਨਕ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਕਥਾਨਕ ਤੋਂ ਭਾਵ ਹੁੰਦਾ ਹੈ ਕਿ ਲੇਖਕ ਸਮਾਜ ਦੇ ਵਿੱਚੋਂ ਘਟਨਾਵਾਂ ਦੀ ਚੋਣ ਕਰਕੇ
ਉਹਨਾਂ ਨੂੰ ਇਨ ਬਿਨ ਭਾਵ ਕੁਦਰਤੀ ਕਾਲਕ੍ਰਮ ਦੇ ਵਿੱਚ ਨਾ ਪੇਸ਼ ਕਰਦਿਆਂ ਹੋਇਆਂ ਉਹਨਾਂ ਨੂੰ ਮਸਨੂਈ ਰੂਪ ਦੇ ਵਿੱਚ ਭਾਵ ਆਪਣੀ ਮਰਜ਼ੀ ਦੇ ਨਾਲ ਇਸ ਤਰ੍ਹਾਂ ਜੋੜਦਾ ਤੇ ਬੀੜਦਾ ਹੈ ਕਿ ਕਹਾਣੀ ਦੇ ਵਿੱਚ ਪ੍ਰਭਾਵ ਦੀ ਏਕਤਾ ਬਣੀ ਰਹਿੰਦੀ ਹੈ। ਕਹਾਣੀ ਵਿੱਚ ਪੇਸ਼ ਕੀਤੀਆਂ ਜਾਣ ਵਾਲੀਆਂ ਘਟਨਾਵਾਂ ਕੋਈ ਇੱਕ ਘਟਨਾ ਦੇ ਵਿਭਿੰਨ ਅੰਗਾਂ ਨੂੰ ਇਸ ਤਰ੍ਹਾਂ ਜੋੜਿਆ ਤੇ ਬੀੜਿਆ ਜਾਂਦਾ ਹੈ ਕਿ ਤੱਥ ਤੇ ਯਥਾਰਥ ਦੇ ਮੇਲ ਦੇ ਵਿੱਚੋਂ ਸੱਚ ਜਿਹੜਾ ਹੈ ਉਹ ਪ੍ਰਗਟ ਹੋਵੇ। ਕਹਾਣੀ ਜਿਵੇਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਇਹ ਫਿਕਸ਼ਨ ਦਾ ਹਿੱਸਾ ਹੈ। ਫਿਕਸ਼ਨ ਬਾਰੇ ਕਿਹਾ ਸੀ ਕਿ ਜੋ ਸੱਚ ਨਹੀਂ ਹੈ, ਜੋ ਯਥਾਰਥ ਤੋਂ ਦੂਰ ਦੀ ਵਸਤੂ ਹੈ, ਪਰ ਨਾਲ ਇਹ ਵੀ ਕਿਹਾ ਸੀ ਕਿ ਕਹਾਣੀ ਜਿਹੜੀ ਹੈ ਉਹ ਜੀਵਨ ਦੇ ਯਥਾਰਥ ਨੂੰ ਪੇਸ਼ ਕਰਨ ਵਾਲੀ ਸਾਹਿਤਕ ਰਚਨਾ ਹੈ। ਇਸ ਲਈ ਕਹਾਣੀਕਾਰ ਤੱਥ ਅਤੇ ਯਥਾਰਥ ਨੂੰ ਇਸ ਤਰ੍ਹਾਂ ਕਹਾਣੀ ਦੇ ਵਿੱਚ ਬੀੜਦਾ ਹੈ ਕਿ ਉਹਦੇ ਵਿੱਚੋਂ ਜ਼ਿੰਦਗੀ ਦਾ ਸੱਚ ਜਿਹੜਾ ਹੈ ਉਹ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਕਹਾਣੀ ਦੇ ਵਿੱਚ ਕਰਮ ਤੇ ਫਲ ਦਾ ਰਿਸ਼ਤਾ ਜੋੜਿਆ ਜਾਂਦਾ ਹੈ। ਕਹਾਣੀ ਦੇ ਵਿੱਚ ਕਾਰਜ ਤੇ ਕਾਰਨ ਨੂੰ ਲੜੀ ਵਿੱਚ ਪਰੋਇਆ ਜਾਂਦਾ ਹੈ। ਕਹਾਣੀ ਦੇ ਵਿੱਚ ਅਸੀਂ 3 ਏਕਤਾਵਾਂ ਦੀ ਗੱਲ ਕਰਦੇ ਹਾਂ: ਸਮੇਂ ਦੀ ਏਕਤਾ, ਸਥਾਨ ਦੀ ਏਕਤਾ, ਪ੍ਰਭਾਵ ਦੀ ਏਕਤਾ। ਇਹ ਸਮੇਂ ਤੇ ਸਥਾਨ ਦੀ ਏਕਤਾ ਮਿਲ ਕੇ ਪ੍ਰਭਾਵ ਦੀ ਏਕਤਾ ਪੈਦਾ ਕਰਦੀਆਂ ਹਨ। ਸਮੇਂ ਤੇ ਸਥਾਨ ਦੀ ਏਕਤਾ ਦਾ ਹੋਣਾ ਇਸ ਲਈ ਜ਼ਰੂਰੀ ਹੈ ਕਿ ਜੇ ਅਸੀਂ ਸਮੇਂ ਦੀ ਗੱਲ ਕਰਦਿਆਂ ਹੋਇਆਂ ਸਥਾਨ ਭਾਵ ਭੂਗੋਲਿਕ ਖਿੱਤੇ ਨੂੰ ਨਜ਼ਰ ਅੰਦਾਜ਼ ਕਰ ਦਿਆਂਗੇ ਤਾਂ ਕਹਾਣੀ ਦਾ ਯਥਾਰਥ ਟੁੱਟ ਜਾਵੇਗਾ। ਜੇ ਅਸੀਂ ਸਥਾਨ ਨੂੰ ਕੇਂਦਰ ਵਿੱਚ ਲਿਆਉਂਦਿਆਂ ਹੋਇਆਂ ਸਮੇਂ ਨੂੰ ਭੁੱਲ ਜਾਵਾਂਗੇ ਤਾਂ ਵੀ ਕਹਾਣੀ ਯਥਾਰਥ ਤੋਂ ਦੂਰ ਹੋ ਜਾਵੇਗੀ। ਉਦਾਹਰਣ ਦੇ ਤੌਰ ਤੇ ਕੋਈ ਘਟਨਾ ਜਿਹੜੀ ਹੈ ਉਹ ਰੇਗਿਸਤਾਨ ਦੇ ਵਿੱਚ ਵਾਪਰ ਰਹੀ ਹੈ। ਰੇਗਿਸਤਾਨ ਦੇ ਵਿੱਚ ਵਾਪਰ ਰਹੀ ਘਟਨਾ ਜਿਹੜੀ ਹੈ ਉਹਦਾ ਸਾਨੂੰ ਸਮਾਂ ਵੀ ਉਸੇ ਤਰ੍ਹਾਂ ਬੰਨਣਾ ਪਏਗਾ। ਇਸ ਤਰ੍ਹਾਂ ਨਹੀਂ ਕਿ ਘਟਨਾ ਜਿਹੜੀ ਹੈ ਉਹ ਅਸੀਂ ਕਿਸੇ ਗਰਮ ਇਲਾਕੇ ਵਿੱਚ ਵਾਪਰਦੀ ਦਿਖਾਈਏ ਤੇ ਉਹਦਾ ਪ੍ਰਭਾਵ ਜਾਂ ਸਮਾਂ ਜਿਹੜਾ ਹੈ ਉਹ ਕਿਸੇ ਬਰਫੀਲੇ ਪ੍ਰਦੇਸ਼ ਦਾ ਲਿਆ ਕੇ ਬੀੜ ਦਈਏ। ਇਸ ਲਈ ਘਟਨਾ ਦਾ ਜਿਹੜਾ ਹੈ ਸਮਾਂ ਤੇ ਸਥਾਨ ਉਹਨੂੰ ਧਿਆਨ ਵਿੱਚ ਰੱਖਣਾ ਬੜਾ ਜ਼ਰੂਰੀ ਹੈ। ਇਹ ਸਾਰੀਆਂ ਗੱਲਾਂ ਮਿਲ ਕੇ ਪ੍ਰਭਾਵ ਦੀ ਏਕਤਾ ਨੂੰ ਕਾਇਮ ਕਰਦੀਆਂ ਹਨ। ਕਹਾਣੀ ਦੇ ਆਰੰਭ ਵਿੱਚ ਕਿਹਾ ਜਾਂਦਾ ਸੀ ਕਿ ਕਹਾਣੀ ਦੇ ਵਿੱਚ ਕਹਾਣੀ ਰਸ ਹੋਣਾ ਬੜਾ ਜ਼ਰੂਰੀ ਹੈ। ਅੱਜ ਅਸੀਂ ਕਹਿੰਦੇ ਹਾਂ ਕਿ ਕਹਾਣੀ ਦੇ ਵਿੱਚ ਰਸ ਜਿਹੜਾ ਹੈ ਉਹ ਬੇਸ਼ੱਕ ਘੱਟ ਹੋ ਜਾਵੇ ਜਾਂ ਉਹ ਮਨਫੀ ਵੀ ਹੋ ਜਾਵੇ, ਪਰ ਕਹਾਣੀ ਵਿੱਚ ਪ੍ਰਭਾਵ ਦੀ ਏਕਤਾ ਜਿਹੜੀ ਹੈ ਉਹਦਾ ਹੋਣਾ ਬਹੁਤ ਹੀ ਜ਼ਰੂਰੀ। ਕਹਾਣੀ ਵਿੱਚ 3 ਏਕਤਾਵਾਂ ਦਾ ਧਿਆਨ ਰੱਖਿਆ ਜਾਂਦਾ ਹੈ: ਸਮੇਂ ਦੀ ਏਕਤਾ, ਸਥਾਨ ਦੀ ਏਕਤਾ, ਪ੍ਰਭਾਵ ਦੀ ਏਕਤਾ। ਸਮੇਂ ਦੀ ਏਕਤਾ ਤੇ ਸਥਾਨ ਦੀ ਏਕਤਾ ਮਿਲ ਕੇ ਪ੍ਰਭਾਵ ਦੀ ਏਕਤਾ ਨੂੰ ਬੰਨ੍ਹਣ ਵਿੱਚ ਸਹਾਈ ਸਿੱਧ ਹੁੰਦੀਆਂ ਹਨ। ਸਮੇਂ ਦੀ ਏਕਤਾ ਤੇ ਸਥਾਨ ਦੀ ਏਕਤਾ ਦਾ ਇਸ ਲਈ ਭੂਗੋਲਿਕ ਪੱਖ ਤੋਂ ਸਥਾਨ ਦਾ ਧਿਆਨ ਰੱਖਦੇ ਹਾਂ ਤਾਂ ਸਾਨੂੰ ਨਾਲ ਸਮੇਂ ਦਾ ਧਿਆਨ ਵੀ ਰੱਖਣਾ ਪਏਗਾ। ਸਮੇਂ ਤੋਂ ਭਾਵ ਹੈ ਰੁੱਤਾਂ, ਮੌਸਮ, ਦਿਨ, ਰਾਤ, ਸਵੇਰ ਜਾਂ ਸ਼ਾਮ। ਭੂਗੋਲਿਕ ਜਾਂ ਸਥਾਨ ਤੋਂ ਭਾਵ ਹੈ ਕਿ ਬਰਫੀਲਾ ਇਲਾਕਾ, ਗਰਮ ਪ੍ਰਦੇਸ਼, ਰੇਗਿਸਤਾਨ, ਹਰਿਆਲੀ ਧਰਤੀ ਜਾਂ ਉਜਾੜ, ਬੰਜਰ। ਇਹਨਾਂ ਸਾਰੀਆਂ ਚੀਜ਼ਾਂ ਨੂੰ ਕਹਾਣੀ ਵਿੱਚ ਪੇਸ਼ ਕਰਨ ਲੱਗਿਆਂ ਸਾਨੂੰ ਇਹਨਾਂ ਦੀ ਪ੍ਰਸੰਗਿਕਤਾ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ। ਕਥਾਨਕ ਦੇ ਵਿੱਚ ਭਾਵੇਂ ਵੱਖ-ਵੱਖ ਘਟਨਾਵਾਂ ਹੋਣ ਜਾਂ ਕਿਸੇ ਇੱਕ ਹੀ ਘਟਨਾ ਦੇ ਅਲੱਗ-ਅਲੱਗ ਹਿੱਸੇ ਪੇਸ਼ ਕੀਤੇ ਜਾਣ, ਉਹਨਾਂ ਦੇ ਵਿੱਚ ਇਹ ਤਰਕ ਸੰਗਤਤਾ ਬਣੀ ਰਹਿਣੀ ਚਾਹੀਦੀ ਹੈ ਜਿਹਦੇ ਨਾਲ ਪ੍ਰਭਾਵ ਦੀ ਏਕਤਾ ਬਣੀ ਰਹੇ। ਪੁਰਾਣੇ ਜ਼ਮਾਨੇ ਦੇ ਵਿੱਚ ਕਹਾਣੀ ਰਸ ਦੇ ਉੱਪਰ ਜ਼ੋਰ ਦਿੱਤਾ ਜਾਂਦਾ ਸੀ, ਪਰ ਅੱਜ ਕਹਾਣੀ ਰਸ ਨਾਲੋਂ ਵੱਧ ਪ੍ਰਭਾਵ ਦੀ ਏਕਤਾ ਤੇ ਧਿਆਨ ਦਿੱਤਾ ਜਾਂਦਾ ਹੈ। ਕਹਾਣੀ ਜਿਹੜੀ ਹੈ ਇਹ ਪੱਛਮ ਦੀ ਕਹਾਣੀ ਭਾਵ ਅੰਗਰੇਜ਼ੀ ਕਹਾਣੀ ਤੋਂ ਅਸੀਂ ਟੈਕਨੀਕ ਉਧਾਰ ਲੈ ਕੇ ਜਦੋਂ ਨਵੇਂ ਢੰਗ ਦੀ ਕਹਾਣੀ ਲਿਖਣ ਲੱਗੇ ਤਾਂ ਉਹਨੂੰ ਅਸੀਂ ਆਧੁਨਿਕ ਪੰਜਾਬੀ ਕਹਾਣੀ ਕਹਿੰਦੇ ਹਾਂ। ਇਹਦੀ ਆਧੁਨਿਕਤਾ ਜਿਹੜੀ ਹੈ ਉਹ ਸਾਡੀ ਜਿਹੜੀ ਪਹਿਲੀ ਕਹਾਣੀ ਸੀ ਉਹਦੇ ਰੂਪ ਵਿਧਾ ਦੇ ਕਾਰਨ ਵੱਖਰੀ ਹੈ। ਅਜੋਕੀ ਕਹਾਣੀ ਜਿਹੜੀ ਹੈ ਉਹ ਆਪਣੀ ਰੂਪ ਵਿਧਾ ਕਰਕੇ ਪੁਰਾਣੀ ਕਹਾਣੀ ਦੇ ਨਾਲੋਂ ਵੱਖਰੀ ਹੈ। ਰੂਪ ਵਿਧਾ ਤੋਂ ਭਾਵ ਹੈ ਕਹਾਣੀ ਦੇ ਵਿੱਚ ਗੱਲ ਕਹਿਣ ਦਾ ਢੰਗ, ਤੇ ਇਹ ਗੱਲ ਕਹਿਣ ਦਾ ਢੰਗ ਜਿਹੜਾ ਹੈ ਇਹ ਸੂਖਮ ਇਸ਼ਾਰੇ ਵਾਲਾ ਹੈ। ਅੱਜ ਕਹਾਣੀ ਪ੍ਰਚਾਰ ਵਿੱਚ ਨਹੀਂ ਪੈਂਦੀ, ਉਪਦੇਸ਼ ਨਹੀਂ ਦਿੰਦੀ, ਵਿਸਥਾਰ ਵਿੱਚ ਨਹੀਂ ਜਾਂਦੀ, ਬਲਕਿ ਸੰਕੇਤਾਂ ਦੇ ਨਾਲ, ਇਸ਼ਾਰਿਆਂ ਦੇ ਨਾਲ ਗੱਲ ਕਰਦੀ ਹੈ। ਅੱਜ ਕਹਾਣੀ ਵਿੱਚ ਗੱਲ ਕਹੀ ਥੋੜੀ ਜਾਂਦੀ ਹੈ, ਪਰ ਉਸ ਥੋੜੀ ਕਹੀ ਹੋਈ ਗੱਲ ਦੇ ਨਾਲ ਹੀ ਵਿਸ਼ੇਸ਼ ਪ੍ਰਕਾਰ ਦੇ ਬੌਧਿਕ ਮੰਡਲ ਦੇ ਵਿੱਚ ਉਤਰਨ ਦਾ ਅਮਲ ਜਿਹੜਾ ਹੈ ਉਹ ਆਪਣੇ ਆਪ ਸ਼ੁਰੂ ਹੋ ਜਾਂਦਾ ਹੈ। ਕਹਾਣੀਕਾਰ ਕਹਾਣੀ ਵਿੱਚ ਬਹੁਤ ਘੱਟ ਦੱਸਦਾ ਹੈ, ਬਹੁਤ ਵੱਧ ਲੁਕਾਉਂਦਾ ਹੈ, ਪਰ
ਉਹ ਜਿਹੜਾ ਲੁਕੋਇਆ ਜਾ ਰਿਹਾ ਹੈ ਉਹ ਬਹੁਤ ਥੋੜੇ ਦੱਸੇ ਦੇ ਨਾਲ ਸਾਨੂੰ ਉਹਨੂੰ ਜਾਣਨ ਦੀ ਇੱਕ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਅੱਜ ਦੀ ਕਹਾਣੀ ਪਾਠਕ ਨੂੰ ਸੂਝਵਾਨ ਗਿਆਨਵਾਨ ਮੰਨ ਕੇ ਚੱਲਦੀ ਹੈ। ਅੱਜ ਦੀ ਕਹਾਣੀ ਸਮਝਦੀ ਹੈ ਕਿ ਜਿਹੜੇ ਸੰਕੇਤ ਜਿਹੜੀਆਂ ਛੋਹਾਂ ਕਹਾਣੀ 'ਚ ਲਾਈਆਂ ਜਾ ਰਹੀਆਂ ਹਨ ਜਾਂ ਕਹਾਣੀ ਵਿੱਚ ਜਿਹੜੇ ਖੱਪੇ ਪੈ ਰਹੇ ਹਨ ਉਹਨਾਂ ਨੂੰ ਪਾਠਕ ਖੁਦ ਪੂਰਨ ਦੇ ਸਮਰੱਥ ਹੈ। ਇਸ ਲਈ ਕਹਾਣੀ ਦੇ ਵਾਸਤੇ ਸਾਨੂੰ ਗਿਆਨ ਦੀ ਲੋੜ ਹੈ। ਕਹਾਣੀ ਨੂੰ ਸਮਝਣ ਦੇ ਵਾਸਤੇ ਬੌਧਿਕ ਹੋਣ ਦੀ ਲੋੜ ਹੈ। ਕਹਾਣੀ ਜਿਹੜੀ ਹੈ ਇਹਦੇ ਵਿੱਚ ਇੱਕ ਭੇਤ ਹੁੰਦਾ ਜਿਹਨੂੰ ਆਪਾਂ ਉਦੇਸ਼ ਜਾਂ ਮੈਸੇਜ ਕਹਿੰਦੇ ਹਾਂ। ਉਦੇਸ਼ ਤੋਂ ਭਾਵ ਕਹਾਣੀ ਦਾ ਕੋਈ ਇੱਕ ਮਿੱਥਿਆ ਹੋਇਆ ਲਕਸ਼ ਨਹੀਂ ਹੈ ਕਿ ਉਹਨੇ ਕਿਸੇ ਵਿਸ਼ੇਸ਼ ਮਤ ਦਾ ਪ੍ਰਚਾਰ ਕਰਨਾ ਹੈ ਜਾਂ ਕਿਸੇ ਨੂੰ ਸਿੱਖਿਆ ਦੇਣੀ ਹੈ ਜਾਂ ਕਿਸੇ ਦੀ ਭੰਡੀ ਜਾਂ ਬਦਨਾਮੀ ਕਰਨੀ ਹੈ। ਭੇਤ ਤੋਂ ਭਾਵ ਹੈ ਕਿ ਕਹਾਣੀਕਾਰ ਕੋਈ ਨਾ ਕੋਈ ਗੱਲ ਜਿਹੜੀ ਆਪਣੇ ਪਾਠਕ ਨਾਲ ਸਾਂਝੀ ਕਰਨੀ ਚਾਹੁੰਦਾ ਹੈ ਉਹ ਕਹਾਣੀ ਵਿਚਲਾ ਭੇਤ ਹੁੰਦਾ ਹੈ। ਕਹਾਣੀ ਆਰੰਭ ਦੇ ਵਿੱਚ ਹੀ ਇਸ ਭੇਤ ਨੂੰ ਸ਼ੁਰੂ ਕਰ ਲੈਂਦੀ ਹੈ ਜਿਹੜਾ ਕਿ ਬਹੁਤ ਸੂਖਮ ਸੰਕੇਤਕ ਹੁੰਦਾ ਹੈ। ਜਿਉਂ-ਜਿਉਂ ਕਹਾਣੀ ਮੱਧ ਵਿੱਚੋਂ ਲੰਘਦੀ ਹੈ ਕਹਾਣੀਕਾਰ ਆਪਣੇ ਇਸ ਮਤ ਨੂੰ ਇਸ ਭੇਤ ਨੂੰ ਵਿਸਥਾਰਦਾ ਚੱਲਿਆ ਜਾਂਦਾ ਹੈ। ਇਸ ਭੇਤ ਦੇ ਵਿਸਥਾਰ ਦੀਆਂ ਕਈ ਤੰਦਾਂ ਕਾਇਮ ਹੋ ਜਾਂਦੀਆਂ ਹਨ। ਜਿਉਂ-ਜਿਉਂ ਕਹਾਣੀ ਅੱਗੇ ਵੱਧਦੀ ਹੈ ਕਹਾਣੀ ਦੇ ਸਿਖਰ ਦੇ ਵਿੱਚ ਜਾ ਕੇ ਇਹ ਭੇਤ ਜਿਹੜਾ ਹੈ ਇਹ ਸਪਸ਼ਟ ਹੁੰਦਾ ਹੈ। ਪਰ ਕਹਾਣੀਕਾਰ ਕਹਾਣੀ ਦੇ ਵਿੱਚ ਉਤਸੁਕਤਾ ਨੂੰ ਬਣਾਉਣ ਦੇ ਲਈ ਕਹਾਣੀਕਾਰ ਪਾਠਕ ਦੇ ਮਨ ਦੇ ਵਿੱਚ ਕਹਾਣੀ ਦੇ ਪ੍ਰਤੀ ਜਿਗਿਆਸਾ ਪੈਦਾ ਕਰਨ ਦੇ ਲਈ ਇਹ ਕਹਾਣੀ ਨੂੰ ਅੰਤ ਤੋਂ ਥੋੜਾ ਜਿਹਾ ਪਹਿਲਾਂ ਰੋਕ ਲੈਂਦਾ ਹੈ ਜਿਸ ਨੂੰ ਅਸੀਂ ਟਰਮ ਦੇ ਵਜੋਂ ਲਟਕਾਓ ਕਹਿੰਦੇ ਹਾਂ। ਇਸ ਲਟਕਾਓ ਦੇ ਵਿੱਚ ਆ ਕੇ ਭੇਤ ਦੇ ਪ੍ਰਤੀ ਉਤਸੁਕਤਾ ਨੂੰ ਵਧਾਇਆ ਜਾਂਦਾ ਹੈ। ਇੱਥੇ ਆ ਕੇ ਕਹਾਣੀਕਾਰ ਕੀ ਕਰਦਾ ਹੈ ਕਿ ਮੱਧ ਦੇ ਵਿੱਚ ਜਿਹੜੀਆਂ ਉਹਨੇ ਵਿਚਾਰਧਾਰਕ ਤੰਦਾਂ ਕਾਇਮ ਕੀਤੀਆਂ ਹੁੰਦੀਆਂ ਨੇ ਉਹਨਾਂ ਨੂੰ ਬਿਲਕੁਲ ਉਲਟਾ ਵੀ ਸਕਦਾ ਹੈ ਜਾਂ ਉਹਨਾਂ ਦੇ ਅਨੁਸਾਰ ਹੀ ਕਹਾਣੀ ਦਾ ਅੰਤ ਵੀ ਕਰ ਸਕਦਾ ਹੈ। ਆਮ ਤੌਰ ਤੇ ਕਹਾਣੀ ਦੇ ਵਿੱਚ ਇਹ ਕਹਾਣੀ ਵਿਚਲਾ ਫੈਲਾਅ ਹੀ ਹੁੰਦਾ ਹੈ। ਬਹੁਤ ਘੱਟ ਕਹਾਣੀਕਾਰ ਹਨ ਜਿਹੜੇ ਇਸ ਨੂੰ ਉਲਟਾਉਂਦੇ ਹਨ ਪਰ ਮੇਰੇ ਹਿਸਾਬ ਦੇ ਨਾਲ ਜਿਹੜੇ ਕਹਾਣੀਕਾਰ ਇਸ ਨੂੰ ਉਲਟਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਹਨ ਉਹਨਾਂ ਦੀ ਕਹਾਣੀ ਜਿਹੜੀ ਹੈ ਹੋਰ ਵੀ ਵਧੇਰੇ ਸਮਰੱਥ ਤੇ ਵਧੀਆ ਬਣ ਜਾਂਦੀ ਹੈ। ਅੰਤ ਤੇ ਜਾ ਕੇ ਕਹਾਣੀ ਵਿਚਲਾ ਭੇਤ ਉਜਾਗਰ ਹੁੰਦਾ ਹੈ ਤੇ ਕਹਾਣੀਕਾਰ ਹਰ ਹਾਲਤ ਦੇ ਵਿੱਚ ਪਾਠਕ ਨੂੰ ਕਿਸੇ ਨਾ ਕਿਸੇ ਨਿਰਣਾਇਕ ਅਵਸਥਾ ਦੇ ਵਿੱਚ ਛੱਡ ਕੇ ਜਾਂਦਾ ਹੈ। ਜਾਣੀ ਕਹਾਣੀ ਦਾ ਮੰਤਵ ਜਿਹੜਾ ਹੈ ਉਹ ਸਪਸ਼ਟ ਭਾਂਤ ਉਜਾਗਰ ਹੋਣਾ ਬਹੁਤ ਜ਼ਰੂਰੀ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਉਹ ਕਹਾਣੀ ਕਾਮਯਾਬ ਨਹੀਂ ਗਿਣੀ ਜਾਵੇਗੀ। ਅਜੋਕੀ ਕਹਾਣੀ ਅਜੋਕੇ ਮਨੁੱਖ ਦੇ ਸੰਕਟਾਂ ਨੂੰ ਪੇਸ਼ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਕਹਾਣੀ ਜਿਹੜੀ ਹੈ ਕਈ ਵਾਰੀ ਸਵਾਲ ਦੇ ਜਵਾਬ ਵਿੱਚ ਸਵਾਲ ਕਰਦੀ ਹੈ। ਅੱਜ ਕਹਾਣੀ ਜਵਾਬ ਨਹੀਂ ਸਗੋਂ ਸਵਾਲ ਦੇ ਜਵਾਬ ਵਿੱਚ ਸਵਾਲ ਦੀ ਮੰਗ ਕਰਦੀ ਹੈ ਤੇ ਸਵਾਲ ਹੀ ਪੇਸ਼ ਕਰਦੀ ਹੈ। ਇਹਦਾ ਕਾਰਨ ਇਹ ਹੈ ਕਿ ਜ਼ਿੰਦਗੀ ਇੰਨੀ ਪਚੀਦਾ ਹੈ, ਇੰਨੀ ਖੰਡਤ ਹੈ, ਇੰਨੀ ਜਟਲ ਹੈ, ਇੰਨੀ ਉਲਝੀ ਹੋਈ ਹੈ ਕਿ ਸਿੱਧੇ ਤੌਰ ਤੇ ਸਵਾਲ ਜਵਾਬ ਦੀ ਗੁੰਜਾਇਸ਼ ਜਿਹੜੀ ਹੈ ਉਹ ਖਤਮ ਹੁੰਦੀ ਘਟਦੀ ਜਾ ਰਹੀ ਹੈ। ਕਹਾਣੀ ਦੇ ਵਿੱਚ ਸਵਾਲ ਦਾ ਜਵਾਬ ਸਵਾਲ 'ਚ ਉਦੋਂ ਮਿਲਦਾ ਹੈ ਜਦੋਂ ਸਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਅਜਿਹੇ ਮੌਕੇ ਪ੍ਰਾਪਤ ਹੁੰਦੇ ਹਨ ਜਿਹੜੇ ਜ਼ਿੰਦਗੀ ਵਿੱਚ ਮਿਲਦੇ ਪ੍ਰਚਲਿਤ ਜਵਾਬਾਂ ਦੇ ਅਨੁਸਾਰ ਨਹੀਂ ਹੁੰਦੇ। ਇਸ ਲਈ ਕਹਾਣੀ ਸਵਾਲ ਦਰ ਸਵਾਲ ਕਰਦੀ ਹੈ। ਕਹਾਣੀ ਕਈ ਵਾਰੀ ਉਹਨਾਂ ਸਥਿਤੀਆਂ ਦੇ ਬਾਰੇ ਗੱਲ ਕਰਦੀ ਹੈ, ਉਹਨਾਂ ਸਥਿਤੀਆਂ ਦੀ ਪੇਸ਼ਕਾਰੀ ਕਰਦੀ ਹੈ ਜਿਨ੍ਹਾਂ ਨੂੰ ਅਸੀਂ ਜੀਵਨ ਦੇ ਵਿੱਚ ਬਹੁਤ ਨਗੂਣੀਆਂ ਮਾਮੂਲੀ ਸਮਝ ਕੇ ਅਣਗੌਲਿਆਂ ਕਰ ਜਾਂਦੇ ਹਾਂ। ਤਾਂ ਕਹਾਣੀ ਉਹਨਾਂ ਅਣਗੌਲੀਆਂ ਪਰ ਗੌਲਣਯੋਗ ਪ੍ਰਸਥਿਤੀਆਂ ਦੇ ਸੱਚ ਨੂੰ ਪੇਸ਼ ਕਰਦੀ ਹੈ। ਇਹ ਸੱਚ ਜਿਹੜਾ ਹੈ ਸਾਪੇਖਕ ਹੁੰਦਾ ਹੈ। ਸਾਡਾ ਜਿਹੜਾ ਮੱਧਕਾਲੀਨ ਦੇ ਦੌਰ ਦਾ ਬਣਿਆ ਹੋਇਆ ਸੱਚ ਝੂਠ ਹੈ ਉਹ ਅੱਜ ਦੇ ਦੌਰ ਦੇ ਵਿੱਚ ਉਹ ਮਾਨੇ ਨਹੀਂ ਰੱਖਦਾ। ਅੱਜ ਸੱਚ ਉਹ ਹੈ ਜੋ ਸਾਨੂੰ ਪ੍ਰਸਥਿਤੀਆਂ ਦਿੰਦੀਆਂ ਹਨ। ਜੇ ਪ੍ਰਸਥਿਤੀ ਦੀ ਮੰਗ ਇਹ ਹੈ ਕਿ ਝੂਠ ਬੋਲ ਕੇ ਦੂਸਰੇ ਦਾ ਭਲਾ ਹੁੰਦਾ ਹੈ ਤਾਂ ਇਹ ਵਕਤ ਦੀ ਇਸ ਸਮੇਂ ਦੀ ਮੰਗ ਹੈ ਕਿ ਉੱਥੇ ਝੂਠ ਵੀ ਮਨੁੱਖ ਨੂੰ ਬੋਲ ਲੈਣਾ ਚਾਹੀਦਾ। ਕਈ ਵਾਰੀ ਇਕੱਲਿਆਂ ਸੱਚੇ ਹੋ ਕੇ ਅਸੀਂ ਆਪਣਾ ਤੇ ਦੂਸਰਿਆਂ ਦਾ ਵੀ ਨੁਕਸਾਨ ਕਰਨ